ਪੇਸ਼ ਹੈ ਕਹਾਣੀ ਚਿੜੀਆਂ ਦਾ ਚੰਬਾ। ਜਦੋਂ ਤੋਂ ਸ਼ਹਿਰ ਵਿੱਚ ਇਹ ਖਬਰ ਅੱਗ ਵਾਂਗ ਫੈਲੀ ਸੀ ਕਿ 7ਵੀਂ 'ਚ ਪੜ੍ਹਦੀ ਕੁੜੀ ਨਾਲ ਜਬਰ ਜਨਾਹ ਹੋ ਗਿਆ ਤਾਂ ਸੱਚਮੁੱਚ ਕੁੜੀਆਂ ਦੇ ਮਾਪੇ ਸਹਿਮ ਗਏ ਸਨ। ਅਖਬਾਰਾਂ ਦੀਆਂ ਖਬਰਾਂ ਇਸ ਤੋਂ ਵੀ ਭਿਆਨਕ ਛਪਦੀਆਂ ਸਨ, ਪਰ ਆਪਣੇ ਸ਼ਹਿਰ ਦੀ ਦਰਦਨਾਕ ਘਟਨਾ ਸੁਣ ਕੇ ਹਰਬੰਸ ਕੌਰ ਤਾਂ ਕੁਝ ਵੱਧ ਹੀ ਸਹਿਮ ਗਈ ਸੀ। ਕੀ ਬਣਦਾ ਭੈਣੇ, ਫੇਰ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਫੰਗਾਂ ਦੀਆਂ ਡਾਰਾਂ ਬਣ ਉੱਡਦੀਆਂ ਨੇ। ਕੀ ਜ਼ੋਰ ਹੈ ਆਟੇ ਦੀਆਂ ਚਿੜੀਆਂ ਦਾ, ਜੇ ਘਰ 'ਚ ਰਹਿੰਦੀਆਂ ਨੇ ਤਾਂ ਕੀੜੀਆਂ ਖਾਂਦੀਆਂ ਨੇ, ਜੇ ਬਾਹਰ ਜਾਂਦੀਆਂ ਤਾਂ ਕਾਂ ਨਹੀਂ ਹਟਦੇ ਠੂੰਗਾ ਮਾਰਨ। ਹਰਬੰਸ ਕੌਰ ਆਪਣੀ ਗੁਆਂਢਣ ਸੱਤਿਆ ਨਾਲ ਆਪਣੀ ਗੱਲ ਸਾਂਝੀ ਕਰ ਰਹੀ ਸੀ। ਨੀ ਬੰਸੋ, ਜ਼ਮਾਨਾ ਬੜਾ ਹੀ ਮਾੜਾ ਆ ਗਿਆ। ਗੁੱਡੀਆਂ ਪਟੋਲੇ ਖੇਡਦੀਆਂ ਕੁੜੀਆਂ ਨਾਲ ਹੀ ਇਹ ਸਭ ਕੁਝ ਹੋਣ ਲੱਗ ਪਿਆ। ਬਾਈ ਜੇ ਬੇੜਾ ਇਹੋ ਜਿਹਾ ਦਾ। ਸੱਤਿਆ ਨੇ ਬੰਸੋ ਦੀ ਗੱਲ ਨੂੰ ਹੋਰ ਵਿਸਤਾਰ ਦੇ ਦਿੱਤਾ। ਕੀ ਦੱਸਾਂ ਤੈਨੂੰ, ਦਿਨਾਂ 'ਚ ਹੀ ਕੋਠੇ ਵਾਂਗੂ ਵੱਧਦੀਆਂ ਜਾਂਦੀਆਂ ਨੇ। ਮੈਨੂੰ ਤਾਂ ਦਿਨ ਰਾਤ ਫਿਕਰ ਵੱਡ ਖਾਈ ਜਾਂਦਾ ਹੈ ਬਈ ਕੀ ਬਣੂ ਮੇਰੀਆਂ ਧੀਆਂ ਦਾ। ਤੂੰ ਬਹੁਤਾ ਫਿਕਰ ਨਾ ਕਰ, ਉਹਨੂੰ ਫਿਕਰ ਹੈ ਜਿਹਨੇ ਦਿੱਤੀਆਂ ਨੇ। ਆਪਣੇ ਕੀ ਹੱਥ ਵੱਸ ਹੈ, ਸਭ ਕੁਦਰਤ ਦੀ ਖੇਡ ਹੈ। ਅੱਛਾ, ਮੈਂ ਜਾਨੀ ਆ, ਦੇਖਾਂ ਕੀ ਕਰਦੇ ਨੇ ਕੇਵਲੀ ਤੇ ਕਾਲਾ। ਸੱਤਿਆ ਹਰਬੰਸ ਨੂੰ ਹੌਸਲਾ ਦੇਣ ਦਾ ਯਤਨ ਕਰ ਰਹੀ ਸੀ, ਪਰ ਬੰਸੋ ਅੰਦਰ ਜਿਹੜੀ ਚਿੰਤਾ ਨੇ ਘਰ ਕਰ ਲਿਆ ਸੀ ਉਹ ਨਿਕਲਣ ਦਾ ਨਾਂ ਨਹੀਂ ਸੀ ਲੈ ਰਹੀ। ਮੁੜ ਉਹੀ ਗੱਲਾਂ ਜ਼ਿਹਨ 'ਚ ਘੁੰਮ ਰਹੀ ਸੀ। ਕਿਵੇਂ ਜਾਣਗੀਆਂ ਕੱਲੀਆਂ ਕੁੜੀਆਂ, ਸਕੂਲ ਵੀ ਜਾਣਾ ਹੈ ਕਿਤੇ। ਹਰਬੰਸ ਕੌਰ ਆਪਣੇ ਝੋਰੇ 'ਚ ਡੁੱਬੀ ਹੋਈ ਸੀ। ਇਸੇ ਕਰਕੇ ਉਸਦੇ ਸੁਭਾਅ ਵਿੱਚ ਵੀ ਚਿੜਚਿੜਾਪਣ ਵਧੇਰੇ ਝਲਕਦਾ ਰਹਿੰਦਾ ਸੀ। ਉਹ ਗੱਲ ਤੇ ਕੁੜੀਆਂ ਨੂੰ ਝਿੜਕਦੀ। ਕੁੜੀਆਂ ਦੀ ਚਿੰਤਾ ਨੇ ਉਸਦੀ ਨੀਂਦ ਹੀ ਉਡਾ ਦਿੱਤੀ ਸੀ। ਭੁੱਖ ਤੇ ਪਤਾ ਨਹੀਂ ਕਿੱਥੇ ਚਲੀਆਂ ਗਈਆਂ ਸੀ। ਚਿਹਰਾ ਦਿਨੋਂ ਦਿਨ ਕਰੂਪ ਹੁੰਦਾ ਜਾ ਰਿਹਾ ਸੀ। ਉਹ ਵੀ ਦਿਨ ਸਨ ਜਦੋਂ ਹਰਬੰਸ ਵਿਆਹੀ ਆਈ ਸੀ। ਗਲੀ ਗੁਆਂਢ ਤੱਕ ਹੀ ਸ਼ਹਿਰ ਵਿੱਚ ਉਸਦੀ ਸੁੰਦਰਤਾ ਦੀਆਂ ਗੱਲਾਂ ਹੁੰਦੀਆਂ ਸਨ। ਉਦੋਂ ਬੰਸੋ ਦੀ ਸੱਸ ਨਿਹਾਲ ਕੌਰ ਜਿਉਂਦੀ ਸੀ। ਉਸ ਨੂੰ ਪੋਤਾ ਦੇਖਣਾ ਦਾ ਕਿੰਨਾ ਚਾਅ ਸੀ। ਇਸ ਲਈ ਉਹ ਆਪਣੀ ਨੂੰਹ ਨੂੰ ਕਈ ਡੇਰਿਆਂ ਅਤੇ ਪੀਰਾਂ ਫਕੀਰਾਂ ਦੀ ਦਰਗਾਹ 'ਤੇ ਮੱਥਾ ਟਿਕਾ ਕੇ ਲਿਆਈ ਸੀ। ਬੰਸੋ ਦਾ ਪਤੀ ਗੁਰਦੇਵ ਸਿੰਘ ਬਹੁਤ ਹੀ ਠੰਡੇ ਸੁਭਾਅ ਦਾ ਬੰਦਾ ਸੀ। ਬਿਜਲੀ ਬੋਰਡ 'ਚ ਲਾਈਨਮੈਨ ਸੀ। ਖੁਸ਼ੀ ਆਪਣੀ ਡਿਊਟੀ ਕਰਦਾ, ਕੰਮ ਤੋਂ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਸੀ ਦਿੰਦਾ। ਬਹੁਤ ਹੀ ਸਾਊ ਸੁਭਾਅ ਦਾ ਮਾਲਕ ਗੁਰਦੇਵ ਸਿੰਘ ਹਰਬੰਸ ਦੀ ਹਰ ਇੱਛਾ ਪੂਰੀ ਕਰਦਾ। ਬੰਸੋ ਦਾ ਪਹਿਲਾ ਛਿਲਾ ਹੋਣ ਵਾਲਾ ਸੀ। ਉਹ ਨਹੀਂ ਸੀ ਚਾਹੁੰਦੀ ਕਿ ਆਪਣੇ ਪੇਕੇ ਜਾਵੇ, ਕਿਉਂਕਿ ਉਸ ਨੂੰ ਕੁਝ ਸ਼ਰਮ ਵੀ ਮਹਿਸੂਸ ਹੋ ਰਹੀ ਸੀ। ਉਹੀ ਕੁੜੀ ਜੋ ਆਪਣੇ ਪਿਓ ਦੇ ਘਰ ਰਹਿ ਕੇ ਪਲਦੀ, ਜਵਾਨ ਹੁੰਦੀ, ਪਰ ਜਦੋਂ ਔਰਤ ਦਾ ਰੂਪ ਧਾਰ ਮਾਂ ਬਣਦੀ ਤਾਂ ਉਸ ਵਿੱਚ ਅਨੇਕਾਂ ਤਬਦੀਲੀਆਂ ਆਉਂਦੀਆਂ। ਉਹ ਇਹਨਾਂ ਕਰਕੇ ਆਪਣੇ ਘਰ ਦੀਆਂ ਗਲੀਆਂ ਵਿੱਚ ਨਹੀਂ ਸੀ ਜਾਣਾ ਚਾਹੁੰਦੀ। ਉਸਨੇ ਗੁਰਦੇਵ ਸਿੰਘ ਨੂੰ ਮਨਾ ਲਿਆ ਸੀ ਕਿ ਉਹ ਆਪਣੇ ਪਹਿਲੇ ਬੱਚੇ ਦੇ ਜਾਪੇ ਸਮੇਂ ਸਹੁਰੇ ਘਰ ਹੀ ਰਹੇਗੀ। ਘਰ ਵਿੱਚ ਇਸ ਗੱਲ ਦੀ ਖੁਸ਼ੀ ਸੀ ਕਿ ਗੁਰਦੇਵ ਤੋਂ ਬਾਅਦ ਪਹਿਲੀ ਸੰਤਾਨ ਨੇ ਜਨਮ ਲੈਣਾ ਸੀ। ਗੁਰਦੇਵ ਦੀਆਂ 3 ਭੈਣਾਂ ਉਸ ਤੋਂ ਵੱਡੀਆਂ ਸਨ। ਉਹ ਵੀ ਆਪਣੇ ਵੀਰ ਦੇ ਘਰ ਦੀ ਦੇਹਲੀ ਵਧਣ ਦੀਆਂ ਵਧਾਈਆਂ ਦੇਣ ਆਈਆਂ ਸਨ। ਨਿਹਾਲ ਕੌਰ ਨੂੰ ਜਿੱਥੇ ਪੋਤੇ ਦੀ ਉਡੀਕ ਸੀ, ਉੱਥੇ ਗੁਰਦੇਵ ਤੇ ਬੰਸੋ ਵੀ ਹਰ ਰੋਜ਼ ਕਿਆਸ ਰਾਈਆਂ ਕਰਦੇ। ਬੰਸੋ ਆਪਣੇ ਘਰ ਬੇਟੀ ਹੀ ਪੈਦਾ ਹੋਵੇਗੀ, ਦੱਸ ਉਸ ਦਾ ਕੀ ਨਾਂ ਰੱਖਣਾ ਹੈ? ਨਹੀਂ, ਤੁਸੀਂ ਦੇਖ ਲੈਣਾ, ਆਪਣੇ ਘਰ ਬੇਟਾ ਹੋਵੇਗਾ, ਆਪਾਂ ਉਸ ਦਾ ਨਾਂ ਪ੍ਰੇਮ ਰੱਖਾਂਗੇ। ਨਹੀਂ, ਪਹਿਲੀ ਬੇਟੀ ਹੋਵੇਗੀ, ਉਸ ਦਾ ਨਾਂ ਪ੍ਰੀਤੀ ਰੱਖਾਂਗੇ। ਇਹ ਨਹੀਂ, ਇਹ ਝੂਠ ਹੋਵੇਗਾ। ਨਹੀਂ, ਇਹ ਗਲਤ ਹੋਵੇਗਾ। ਇਸ ਤਰ੍ਹਾਂ ਹਰ ਰੋਜ਼ ਕਿੰਨੀ ਵਾਰ ਘਰ ਵਿੱਚ ਆਉਣ ਵਾਲੇ ਬੱਚੇ ਦੀ ਆਮਦ ਨੂੰ ਲੈ ਕੇ
ਆਪਸੀ ਤਕਰਾਰ ਹੋ ਜਾਂਦਾ। ਇੱਕ ਦਿਨ ਬਾਂਸੋ ਨੇ ਗੁਰਦੇਵ ਨੂੰ ਕਿਹਾ, ਤੁਹਾਨੂੰ ਨਹੀਂ ਪਤਾ ਕਿ ਔਰਤ ਦੀ ਕਦਰ ਕਿੰਨੇ ਗੁਣਾ ਵੱਧ ਜਾਂਦੀ ਆ ਜਦੋਂ ਉਹ ਇੱਕ ਪੁੱਤਰ ਨੂੰ ਜਨਮ ਦਿੰਦੀ ਆ। ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੀਆਂ ਤੂੰ? ਹੁਣ ਕੁੜੀਆਂ ਕਿਹੜੀ ਗੱਲੋਂ ਘੱਟ ਨੇ? ਤੂੰ ਕੀ ਸੋਚਦੀ ਰਹਿੰਦੀ ਆ ਬਾਂਸੋ? ਮੇਰੇ ਸਮਝ ਨਹੀਂ ਆਉਂਦਾ। ਬਸ ਕੁਝ ਵੀ ਤਾਂ ਬੀਜੀ ਕਰਕੇ, ਕੁਝ ਸਮਾਜ ਕਰਕੇ ਮੇਰੀ ਸੋਚ ਇਸ ਤਰ੍ਹਾਂ ਬਣ ਗਈ। ਬਾਂਸੋ, ਤੂੰ ਤਾਂ ਪੜ੍ਹੀ ਲਿਖੀ ਵੀ ਹੈ, ਪਰ ਅਨਪੜ੍ਹ ਔਰਤਾਂ ਦਾ ਕੀ ਹੈ? ਮੈਂ ਦੇਖਿਆ ਕਿ ਔਰਤ ਹੀ ਔਰਤ ਦੀ ਦੁਸ਼ਮਣ ਬਣੀ ਰਹਿੰਦੀ ਆ। ਗੁਰਦੇਵ ਬਾਂਸੋ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਉਹ ਉਸ ਨੂੰ ਮਾਨਸਿਕ ਤੌਰ 'ਤੇ ਤਕੜਾ ਕਰਨ ਲਈ ਹੀ ਤਾਂ ਅਕਸਰ ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਰਹਿੰਦਾ। ਬਾਂਸੋ ਪਹਿਲੀ ਧੀ ਦੀ ਮਾਂ ਬਣ ਗਈ। ਘਰ ਵਿੱਚ ਥੋੜ੍ਹੇ ਸਮੇਂ ਲਈ ਸੋਗੀ ਮਾਹੌਲ ਰਿਹਾ। ਨਿਹਾਲ ਕੌਰ ਨੇ ਤਾਂ ਪੋਤੀ ਦੇ ਜਨਮ ਲੈਣ ਉੱਤੇ ਰੋਟੀ ਵੀ ਨਾ ਖਾਧੀ, ਪਰ ਗੁਰਦੇਵ ਤੇ ਉਸਦੀਆਂ ਭੈਣਾਂ ਦੇ ਕਹਿਣ ਤੇ ਕਿ ਪਹਿਲੀ ਧੀ ਹੈ, ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਗੂੰਜਣਗੀਆਂ। ਸੱਤਿਆ ਨੇ ਕਿਹਾ, ਉਹੀਓ ਨਾਰ ਸੁਲੱਖਣੀ ਜਿਹਨੇ ਜਾਈ ਲੱਛਮੀ। ਨਿਹਾਲ ਕੌਰ ਅੰਦਰੋਂ ਖੁਸ਼ ਨਹੀਂ ਸੀ, ਪਰ ਉਹ ਇਸ ਗੱਲ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇ ਰਹੀ ਸੀ। ਕੁੜੀ ਦਾ ਨਾਂ ਗੁਰਦੇਵ ਨੇ ਕਮਲਪ੍ਰੀਤ ਰੱਖਿਆ। ਉਸ ਨੂੰ ਪਿਆਰ ਨਾਲ ਪ੍ਰੀਤੀ ਕਹਿਣ ਲੱਗੇ। ਛੋਟੀ ਜਿਹੀ ਬੱਚੀ ਸਭ ਤੋਂ ਪਿਆਰ ਲੈਣ ਲੱਗੀ। 2 ਸਾਲ ਬਾਅਦ ਉਹਨਾਂ ਦੇ ਘਰ ਫਿਰ ਉਮੀਦ ਵੱਜੀ। ਉਹਨਾਂ ਨੂੰ ਆਸ ਦੀ ਕਿਰਨ ਦਿਖਾਈ ਦੇਣ ਲੱਗੀ। ਬਾਂਸੋ ਹਰ ਰੋਜ਼ ਸਵੇਰੇ ਗੁਟਕਾ ਫੜ ਸੁਖਮਨੀ ਸਾਹਿਬ ਦਾ ਪਾਠ ਕਰਦੀ। ਬੀਜੀ ਵੀ ਹਰ ਰੋਜ਼ ਗੁਰਦੁਆਰੇ ਜਾ ਕੇ ਮੱਥਾ ਰਗੜਦੀ, ਅਰਦਾਸਾਂ ਕਰਦੀ, ਹੇ ਸੱਚੇ ਪਾਤਸ਼ਾਹ, ਮੇਰੇ ਘਰ ਇੱਕ ਪੋਤੇ ਨੂੰ ਜਨਮ ਦੇ ਦੇ, ਜਿਉਂਦੇ ਜੀ ਮੇਰੀ ਇੱਛਾ ਪੂਰੀ ਕਰ ਦੇ, ਮੇਰੀ ਬੰਸ ਅੱਗੇ ਤੁਰਦੀ ਹੋ ਜੂ। ਹੇ ਵਾਹਿਗੁਰੂ, ਤੇਰੇ ਘਰ ਕਾਹਦਾ ਕੱਟ ਹੈ? ਬਾਂਸੋ ਨੂੰ ਜਿਵੇਂ ਕੋਈ ਦੱਸਦਾ ਉਹ ਵੀ ਉਵੇਂ ਹੀ ਕਰਦੀ ਰਹਿੰਦੀ। ਉਸ ਨੇ ਵੀ ਆਪਣੀਆਂ ਬਾਹਾਂ ਤੇ ਗਲ ਵਿੱਚ ਕਿੰਨੇ ਹੀ ਧਾਗੇ ਤਵੀਤ ਬੰਨ੍ਹ ਰੱਖੇ ਸਨ। ਅਨੇਕਾਂ ਹੀ ਵੈਦਾਂ ਸਿਆਣਿਆਂ ਤੋਂ ਦਵਾਈਆਂ ਲੈ ਕੇ ਖਾਧੀਆਂ, ਪੀਰਾਂ ਫਕੀਰਾਂ ਦੀ ਦਰਗਾਹ ਤੇ ਮੱਥਾ ਰਗੜਿਆ। ਜਿੱਥੇ ਵੀ ਕੋਈ ਦੱਸਦਾ ਉੱਥੇ ਜਾਂਦੀ। ਇਸ ਵਾਰ ਗੁਰਦੇਵ ਨੂੰ ਵੀ ਮੁੰਡੇ ਦੀ ਇੱਛਾ ਕੁਝ ਵਧੇਰੇ ਸੀ। ਉਹ ਵੀ ਚਾਹੁੰਦਾ ਸੀ ਕਿ ਹੁਣ ਮੁੰਡਾ ਹੋ ਜਾਵੇ, ਪਰ ਕੁਦਰਤ ਅੱਗੇ ਕਿਹਦਾ ਜ਼ੋਰ ਹੁੰਦਾ ਹੈ। ਲੱਖ ਓੜ ਪੋੜ ਕਰਨ ਦੇ ਬਾਵਜੂਦ ਕੁੜੀ ਫਿਰ ਹੋ ਗਈ। ਜਦੋਂ ਬਾਂਸੋ ਨੂੰ ਇਸ ਗੱਲ ਦਾ ਪਤਾ ਲੱਗਿਆ, ਉਸਨੇ ਹਸਪਤਾਲ ਸਿਰ ਤੇ ਚੁੱਕ ਲਿਆ। ਰੱਬਾ ਦੱਸ, ਮੈਂ ਕੀ ਗੁਨਾਹ ਕੀਤੇ ਆ? ਮੇਰੀ ਇੰਨੀ ਮਾੜੀ ਕਿਸਮਤ ਕਿਉਂ ਹੈ? ਆ ਮੇਰੇ ਮੱਥੇ ਇੱਕ ਹੋਰ ਪੱਥਰ ਮਾਰਿਆ। ਹੁਣ ਮੈਂ ਜਿਉਂ ਕੇ ਕੀ ਲੈਣਾ? ਮੈਂ ਮਰ ਜਾਵਾਂਗੀ, ਮੈਂ ਇਸਦਾ ਗਲਾ ਘੁੱਟ ਦੇਵਾਂਗੀ। ਬਾਂਸੋ ਆਪੇ ਤੋਂ ਬਾਹਰ ਹੋਈ ਪਈ ਸੀ। ਉਸਨੇ ਆਪਣੀ ਬਾਂਹ ਤੇ ਲੱਗੀਆਂ ਗਲੂਕੋਜ਼ ਵਾਲੀਆਂ ਸੂਈਆਂ ਪੁੱਟ ਦਿੱਤੀਆਂ, ਪਰ ਨਰਸਾਂ ਨੇ ਸਥਿਤੀ ਨੂੰ ਕਾਬੂ ਵਿੱਚ ਲੈ ਕਰ ਲਿਆ। ਬਾਂਸੋ ਤੜਫੀ ਪਈ ਸੀ। ਗੁਰਦੇਵ ਨੂੰ ਜਦੋਂ ਪਤਾ ਲੱਗਿਆ ਤਾਂ ਉਸਨੇ ਬਾਂਸੋ ਨੂੰ ਹੌਸਲਾ ਦਿੱਤਾ, ਭਾਵੇਂ ਅੰਦਰੋਂ ਉਹ ਵੀ ਦੁਖੀ ਸੀ। ਘਰ ਵਿੱਚ ਸੋਗ ਪਸਰ ਗਿਆ ਸੀ। ਸੱਤਿਆ ਬੀਜੀ ਕੋਲ ਬੈਠੀ ਸਮਝਾਉਣ ਦਾ ਯਤਨ ਕਰ ਰਹੀ ਸੀ, ਪਰ ਨਿਹਾਲ ਕੌਰ ਨੇ ਤਾਂ ਰੋਟੀ ਪਾਣੀ ਛੱਡ ਦਿੱਤਾ ਸੀ। ਆਪਣੀ ਨੂੰਹ ਨੂੰ ਬੁਰਾ ਭਲਾ ਕਹਿ ਰਹੀ ਸੀ। ਸੱਤਿਆ ਨੇ ਕਿਹਾ, ਬੇਬੇ, ਇਹਦੇ ਵਿੱਚ ਉਹਦਾ ਕੀ ਕਸੂਰ ਹੈ? ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ, ਤੂੰ ਇੰਨਾ ਸੰਸਾ ਨਾ ਕਰ। ਆਪਾਂ ਨੂੰ ਬਥੇਰੀ ਉਮੀਦ ਹੈ ਅਜੇ। ਗੁਰਦੇਵ ਨੇ ਵੀ ਆਪਣੀ ਮਾਂ ਨੂੰ ਬਹੁਤ ਸਮਝਾਇਆ। ਬੀਜੀ, ਹੁਣ ਦੱਸ ਭਲਾ ਬਾਂਸੋ ਦਾ ਕੀ ਦੋਸ਼ ਹੈ? ਉਹ ਤਾਂ ਵਿਚਾਰੀ ਅੱਡ ਪਰੇਸ਼ਾਨ ਹੈ, ਹਸਪਤਾਲ 'ਚ ਬੁਰਾ ਹਾਲ ਹੋਇਆ ਪਿਆ। ਤੁਸੀਂ ਤਾਂ ਸਾਨੂੰ ਹੌਸਲਾ ਦੇਵੋ। ਅੱਛਾ ਇਹ ਦੱਸੋ, ਆਪਾਂ ਕੁੜੀ ਦਾ ਕੀ ਨਾਂ ਰੱਖੀਏ? ਜੋ ਹੋਣਾ ਸੀ ਹੋ ਗਿਆ। ਮੈਂ ਤਾਂ ਪੁੱਤ ਅੱਕ ਗਈ ਹਾਂ ਇਹਨਾਂ ਕੁੜੀਆਂ ਤੋਂ। ਪਹਿਲਾਂ ਤਾਂ ਮੇਰੇ 3 ਹੋਈਆਂ, ਫਿਰ ਤੈਨੂੰ ਮਸਾਂ ਹੀ ਦੇਖਿਆ ਸੀ। ਮੇਰਾ ਪੋਤਾ ਪਤਾ ਨਹੀਂ ਕਦੋਂ ਹੋਊ। ਬਹੁਤਾ ਕਰਦਾ ਤਾਂ ਇਹਦਾ ਨਾਂ ਅੱਕੀ ਧਰ ਦੇ ਜਾਂ ਹੋਰ ਰੱਖ ਲਾ। ਗੁਰਦੇਵ ਨੇ ਦੂਸਰੀ ਕੁੜੀ ਦਾ ਨਾਂ ਅੱਕੀ ਰੱਖ ਦਿੱਤਾ।
ਬਾਂਸੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਨਿਹਾਲ ਕੌਰ ਬਾਂਸੋ ਦੇ ਮੱਥੇ ਨਾ ਲੱਗੀ। ਹੁਣ ਉਹ ਰੋਟੀ ਵੀ ਪਹਿਲਾਂ ਨਾਲੋਂ ਘੱਟ ਖਾਣ ਲੱਗ ਪਈ। ਸਿਹਤ ਵੀ ਦਿਨੋਂ ਦਿਨ ਵਿਗੜਦੀ ਗਈ। ਉਹ ਥੋੜ੍ਹੀ ਬਹੁਤ ਬਿਮਾਰ ਹੋਈ ਰਹਿੰਦੀ। ਅਖੀਰ ਉਹ ਚੱਲ ਵਸੀ। ਕੁੜੀਆਂ ਹੋਣ ਦਾ ਗਮ ਉਹ ਬਰਦਾਸ਼ਤ ਨਾ ਕਰ ਸਕੀ। ਪਰ ਉਹਨੂੰ ਕੀ ਪਤਾ ਸੀ ਕਿ ਕੁੜੀਆਂ ਤਾਂ ਆਪਣੇ ਪਰਿਵਾਰ, ਸ਼ਹਿਰ, ਦੇਸ਼ ਦਾ ਨਾਂ ਉੱਚਾ ਕਰ ਦੇਣਗੀਆਂ। ਨਿਹਾਲ ਕੌਰ ਤਾਂ ਆਪਣੇ ਵੰਸ਼ ਨੂੰ ਅੱਗੇ ਤੋਰਨ ਲਈ ਹੀ ਪੋਤੇ ਨੂੰ ਦੇਖਣਾ ਚਾਹੁੰਦੀ ਸੀ। ਬਸ ਧੀਆਂ ਦਾ ਦੁੱਖ ਉਸ ਨੂੰ ਲੈ ਹੀ ਗਿਆ। ਗੁਰਦੇਵ ਨੇ ਬਾਂਸੋ ਨੂੰ ਆਪਣੀ ਬੀਜੀ ਦੇ ਤੁਰ ਜਾਣ ਦਾ ਬਹੁਤ ਦੁੱਖ ਹੋਇਆ। ਘਰ ਵਿੱਚ ਕੋਈ ਬਜ਼ੁਰਗ ਹੋਵੇ ਤਾਂ ਉਸ ਦਾ ਬਹੁਤਾ ਸਹਾਰਾ ਹੁੰਦਾ ਹੈ। ਜਦੋਂ ਚਲਿਆ ਜਾਵੇ ਤਾਂ ਉਸਦੇ ਗੁਣ ਯਾਦ ਆਉਂਦੇ ਆ। ਸੱਤਿਆ ਨੇ ਭੋਗ ਤੱਕ ਰਲ ਕੇ ਦੁੱਖ ਮਨਾਇਆ। ਗੁਰਦੇਵ ਕੁਝ ਜ਼ਿਆਦਾ ਹੀ ਮਨ ਨੂੰ ਲਾ ਬੈਠਾ ਸੀ। ਬਾਂਸੋ ਦੇ ਸੁਭਾਅ ਵਿੱਚ ਵੀ ਤਬਦੀਲੀ ਆ ਗਈ ਸੀ। ਉਹ ਜਦੋਂ ਵੀ ਅੱਕੀ ਨੂੰ ਦੇਖਦੀ, ਉਸ ਅੰਦਰ ਅਜੀਬ ਕਿਸਮ ਦੀ ਨਫ਼ਰਤ ਪੈਦਾ ਹੁੰਦੀ। ਉਹ ਖਿਝਦੀ, ਚਿੜਦੀ, ਉੱਚੀ ਉੱਚੀ ਬੋਲਦੀ, ਮੇਰੇ ਕੋਲੋਂ ਨਹੀਂ ਸਾਂਭ ਹੁੰਦੀਆਂ, ਜਾ ਲੈ ਜਾ, ਮੈਂ ਸਿਰ 'ਚ ਮਾਰਨੀਆਂ ਨੇ, ਖਰਚਾ ਹੀ ਖਰਚਾ ਹੈ, ਪਤਾ ਨਹੀਂ ਕਿੰਨੇ ਮਾੜੇ ਨੇ ਮੇਰੇ ਕਰਮ, ਲੋਕਾਂ ਦੇ ਇੱਟਾਂ ਵੱਟਿਆਂ ਵਾਂਗੂ ਡਿੱਗਦੇ ਨੇ ਮੁੰਡੇ ਇੱਥੇ ਤੇ ਇੱਥੇ। ਬੋਲਦੀ ਬੋਲਦੀ ਆਪਣੇ ਹੱਥਾਂ ਨੂੰ ਪੱਟਾਂ ਤੇ ਮਾਰਨ ਲੱਗ ਜਾਂਦੀ। ਤੂੰ ਕਿਉਂ ਇੰਨਾ ਖਿਝਦੀ ਰਹਿਣੀ ਹੈ? ਕੀ ਮੰਗਦੀਆਂ ਨੇ ਤੇਰੇ ਕੋਲੋਂ? ਤੂੰ ਤਾਂ ਐਵੇਂ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਦੁਖੀ ਕਰਦੀ ਹੈ, ਨਾਲੇ ਮੈਨੂੰ ਦੁਖੀ ਕਰਦੀ ਹੈ। ਗੁਰਦੇਵ ਆਪ ਅੰਦਰੋਂ ਅੰਦਰੀ ਦੁਖੀ ਹੋਇਆ ਪਿਆ ਸੀ, ਪਰ ਉਹ ਬਾਂਸੋ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਸੀ। ਥੋੜ੍ਹੇ ਸਮੇਂ ਬਾਅਦ ਹੀ ਬਾਂਸੋ ਅੰਦਰ ਮਮਤਾ ਜਾਗ ਉੱਠਦੀ। ਉਹ ਪਾਗਲਾਂ ਵਾਂਗ ਆਪਣੀਆਂ ਬੱਚੀਆਂ ਨੂੰ ਚਿੰਬੜ ਜਾਂਦੀ ਤੇ ਬੇਤਹਾਸ਼ਾ ਪਿਆਰ ਕਰਦੀ। ਇੱਕ ਵਾਰ ਫਿਰ ਉਮੀਦ ਹੋਈ। ਬਾਂਸੋ ਦਾ ਸਰੀਰ ਹੁਣ ਪਹਿਲਾਂ ਵਾਂਗ ਤੰਦਰੁਸਤ ਨਹੀਂ ਸੀ। ਬੀਜੀ ਦੇ ਜਾਣ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਵੀ ਸਾਰੀ ਬਾਂਸੋ ਦੀ ਹੋਣ ਕਰਕੇ ਤੇ ਕੁੜੀਆਂ ਕਰਕੇ ਉਸਦੀ ਸਿਹਤ ਠੀਕ ਨਹੀਂ ਸੀ ਰਹਿੰਦੀ। ਡਾਕਟਰ ਨੇ ਵੀ ਸਲਾਹ ਦਿੱਤੀ ਸੀ ਕਿ ਹੁਣ ਬੱਚੇ ਦੀ ਉਮੀਦ ਨਾ ਕਰਿਓ, ਪਰ ਬਾਂਸੋ ਕਿੱਥੇ ਹਟਦੀ ਸੀ। ਉਸ ਨੂੰ ਤਾਂ ਪਤਾ ਨਹੀਂ ਕਿੱਥੋਂ ਆਸ ਵੱਝਦੀ। ਉਹ ਆਪਣੇ ਆਪ ਨੂੰ ਫਿਰ ਤੋਂ ਤਿਆਰ ਕਰਦੀ ਕਿ ਇਸ ਵਾਰ ਤਾਂ ਉਸਦੇ ਜ਼ਰੂਰ ਮੁੰਡਾ ਹੋਵੇਗਾ। ਫਿਰ ਉਹੀ ਧਾਰਮਿਕ ਹੋੜ-ਪੋੜ ਕੀਤੇ ਜਾਂਦੇ। ਵੈਦਾਂ, ਹਕੀਮਾਂ, ਡਾਕਟਰਾਂ ਤੋਂ ਦਵਾਈਆਂ ਲਈਆਂ ਗਈਆਂ। ਕਈ ਪੰਡਤਾਂ, ਜੋਤਸ਼ੀਆਂ, ਮੌਲਵੀਆਂ ਤੋਂ ਪੁੱਛਿਆ ਗਿਆ ਤੇ ਕਈ ਧਾਰਮਿਕ ਪ੍ਰਪੰਚ ਕੀਤੇ ਗਏ। ਆਸ ਦੀ ਕਿਰਨ ਦਿਖਾਈ ਦੇਣ ਲੱਗੀ। ਡਾਕਟਰ ਦੀ ਸਲਾਹ ਨਾਲ ਟੈਸਟ ਕਰਵਾਇਆ ਗਿਆ, ਪਰ ਟੈਸਟ ਰਾਹੀਂ ਕੁਝ ਸਪਸ਼ਟ ਪਤਾ ਨਾ ਲੱਗਿਆ। ਡਾਕਟਰ ਨੇ ਹਫ਼ਤੇ ਬਾਅਦ ਫਿਰ ਆਉਣ ਲਈ ਕਿਹਾ। ਇਸ ਵਾਰ ਬਾਂਸੋ ਨੂੰ ਪੂਰਾ ਯਕੀਨ ਸੀ ਕਿ ਉਸਦੇ ਮੁੰਡਾ ਹੋਵੇਗਾ, ਪਰ ਜਦੋਂ ਟੈਸਟ ਰਾਹੀਂ ਪਤਾ ਲੱਗਿਆ ਤਾਂ ਕਾਫੀ ਦੇਰ ਹੋ ਚੁੱਕੀ ਸੀ। ਡਾਕਟਰ ਦੀ ਸਲਾਹ ਸੀ ਕਿ ਜੇ ਹੁਣ ਗਰਭਪਾਤ ਕਰਵਾਉਂਗੇ ਤਾਂ ਮਾਂ ਦੀ ਜਾਨ ਨੂੰ ਖਤਰਾ ਹੈ। ਘਰ ਵਿੱਚ ਅਜੀਬ ਕਿਸਮ ਦਾ ਤਣਾਅ ਰਹਿਣ ਲੱਗਿਆ, ਪਰ ਫਿਰ ਵੀ ਬਾਂਸੋ ਨੂੰ ਇਹਨਾਂ ਮਸ਼ੀਨਾਂ 'ਤੇ ਵਿਸ਼ਵਾਸ ਨਹੀਂ ਸੀ। ਗੁਰਦੇਵ ਨੂੰ ਕਿਸੇ ਨੇ ਹੋਰ ਸਲਾਹ ਦਿੱਤੀ ਕਿ ਪਟਿਆਲੇ ਤੋਂ ਕਿਸੇ ਹਸਪਤਾਲ ਵਿੱਚ ਦੁਬਾਰਾ ਟੈਸਟ ਕਰਵਾ ਕੇ ਦੇਖੋ। ਉਹ ਦੂਸਰੇ ਹੀ ਦਿਨ ਪਟਿਆਲੇ ਤੁਰ ਪਏ। ਟੈਸਟ ਕਰਵਾਇਆ ਤਾਂ ਉਹੀ ਰਿਪੋਰਟ ਨਿਕਲੀ। ਉੱਥੋਂ ਦੇ ਡਾਕਟਰ ਗਰਭਪਾਤ ਲਈ ਵੀ ਮੰਨ ਗਏ। ਗੁਰਦੇਵ ਨੇ ਨਾ ਚਾਹੁੰਦਾ ਹੋਇਆ ਵੀ ਬਾਂਸੋ ਦਾ ਗਰਭਪਾਤ ਕਰਵਾਉਣ ਲਈ ਹਾਂ ਕਰ ਦਿੱਤੀ। ਪਟਿਆਲੇ ਉਸਦੀ ਭੈਣ ਵਿਆਹੀ ਹੋਈ ਸੀ। ਭਣੋਈਆ ਤੇ ਭੈਣ ਵੀ ਆ ਗਏ ਸਨ। ਜਦੋਂ ਬਾਂਸੋ ਨੇ ਦੇਖਿਆ ਤਾਂ ਉਹ ਇੱਕ ਤਰ੍ਹਾਂ ਹੀ ਨਾਲ ਪਾਗਲ ਹੀ ਹੋ ਗਈ ਸੀ। ਉਸਦੀਆਂ ਚੀਕਾਂ ਨਿਕਲ ਗਈਆਂ। ਕੁੜੀ ਨਹੀਂ ਸੀ, ਮੁੰਡਾ ਸੀ। ਉਹ ਬਹੁਤ ਰੌਲਾ ਪਾਇਆ, ਪਰ ਕੁਝ ਨਹੀਂ ਬਣਿਆ। ਡਾਕਟਰ ਨੇ ਪਹਿਲਾਂ ਹੀ ਕਾਗਜ਼ਾਂ ਉੱਪਰ ਦਸਤਖਤ ਕਰਵਾ ਲਏ ਸਨ। ਬਾਂਸੋ ਬੇਹੋਸ਼ ਹੋ ਗਈ ਸੀ। ਉਸ ਨੂੰ ਥੋੜ੍ਹੇ ਥੋੜ੍ਹੇ ਵਕਫੇ ਪਿੱਛੋਂ ਅਜੀਬ ਕਿਸਮ ਦਾ ਦੌਰਾ ਪੈਂਦਾ। ਇੰਨਾ ਵੱਡਾ ਦੁੱਖ ਉਸ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਸੀ। ਗੁਰਦੇਵ ਵੀ ਪਰੇਸ਼ਾਨ ਸੀ। ਉਸਦੀ ਭੈਣ ਤੇ ਭਣੋਈਏ ਨੇ ਦਿਲਾਸਾ ਦਿੱਤਾ। ਕੁਝ ਦਿਨਾਂ ਬਾਅਦ ਉਹ ਘਰ ਆ ਗਏ, ਪਰ ਬਾਂਸੋ ਤਾਂ ਗੁੰਮ-ਸੁੰਮ ਜਿਹੀ ਰਹਿਣ ਲੱਗ ਪਈ ਸੀ। ਗੁਰਦੇਵ ਨੇ ਉਸਦੀ ਸੇਵਾ ਦਿਨ ਰਾਤ ਕੀਤੀ।
ਉਹ ਕਦੇ ਕਦੇ ਉੱਚੀ ਉੱਚੀ ਰੋਣ ਲੱਗਦੀ, ਕਦੇ ਹੱਸਣ ਲੱਗਦੀ। ਸੱਤਿਆ ਸਵੇਰੇ ਸ਼ਾਮ ਉਸ ਕੋਲ ਗੇੜਾ ਮਾਰ ਜਾਂਦੀ। ਨੀ ਭੈਣੇ, ਮਸਾਂ ਰੱਬ ਨੇ ਸੁਣੀ ਸੀ, ਆਹ ਤਾਂ ਐਵੇਂ ਪਾਪ ਹੀ ਹੋ ਗਿਆ। ਚੱਲ ਹੁਣ ਜੋ ਹੋਣਾ ਸੀ ਹੋ ਗਿਆ, ਤੂੰ ਠੀਕ ਹੋ ਜਾ, ਰੱਬ ਫੇਰ ਭਲੀ ਕਰੂ। ਸੱਤਿਆ ਨਾਲੇ ਦੁੱਖ ਬਣਾ ਰਹੀ ਸੀ ਤੇ ਨਾਲ ਹੀ ਬਾਂਸੋ ਨੂੰ ਸੁਚੇਤ ਕਰ ਰਹੀ ਸੀ। ਹਾਂ ਸੱਤਿਆ, ਮੇਰੀ ਕਿਸਮਤ ਹੀ ਮਾੜੀ ਆ, ਕਿਸੇ ਨੂੰ ਕੀ ਦੋਸ਼, ਹੱਥ ਆਇਆ ਲਾਲ ਹੀ ਗਵਾ ਲਿਆ। ਅਸਲ ਵਿੱਚ ਮੇਰਾ ਹੀ ਦੋਸ਼ ਹੈ ਸਾਰਾ, ਮੈਂ ਹੀ ਮਾੜੀ ਹਾਂ। ਮੈਂ ਕਈ ਵਾਰ ਮਰਨ ਦੀ ਕੋਸ਼ਿਸ਼ ਕਰਦੀ ਹਾਂ, ਪਰ ਫੇਰ ਆ ਕੁੜੀਆਂ ਦਾ ਖਿਆਲ ਕਰਕੇ। ਸੱਤਿਆ ਨਾਲ ਗੱਲਾਂ ਕਰਦੀ ਬਾਂਸੋ ਆਪਣਾ ਭਾਰ ਹੌਲਾ ਕਰ ਲੈਂਦੀ ਸੀ। ਸੱਤਿਆ ਉਸ ਨੂੰ ਚੰਗਾ ਸੋਚਣ ਲਈ ਕਿਹਾ ਕਰਦੀ। ਪ੍ਰੀਤੀ ਤੇ ਅੱਕੀ ਵੀ ਆਪਣੀ ਮਾਂ ਨਾਲ ਬਹੁਤ ਪਿਆਰ ਕਰਦੀਆਂ, ਉਸ ਦੀ ਦੇਖਭਾਲ ਕਰਦੀਆਂ। ਭਾਵੇਂ ਛੋਟੀਆਂ ਹੀ ਸਨ, ਪਰ ਸਲੀਕਾ ਆ ਗਿਆ ਸੀ। ਵਕਤ ਆਪਣੀ ਤੋਰ ਤੁਰਦਾ ਗਿਆ। ਬਾਂਸੋ ਕਾਫੀ ਠੀਕ ਹੋ ਚੁੱਕੀ ਸੀ, ਦਵਾਈਆਂ ਵੀ ਲਗਭਗ ਘਟ ਗਈਆਂ ਸਨ। ਫਰਵਰੀ ਦਾ ਮਹੀਨਾ ਸ਼ੁਰੂ ਹੋਣ ਵਾਲਾ ਸੀ। ਠੰਡ ਘਟਦੀ ਜਾ ਰਹੀ ਸੀ। ਰੁੱਖਾਂ ਦੇ ਨਿੱਕੀਆਂ ਨਿੱਕੀਆਂ ਕਰੂੰਬਲਾਂ ਫੁੱਟ ਰਹੀਆਂ ਸਨ। ਚਾਰੋਂ ਤਰਫ ਬਹਾਰ ਦੀ ਆਮਦ ਨਿਸ਼ਾਨਦੇਹੀ ਕਰ ਰਹੀ ਸੀ। ਧੁੱਪਾਂ ਵੀ ਪਹਿਲਾਂ ਨਾਲੋਂ ਕੋਸੀਆਂ ਕੋਸੀਆਂ ਲੱਗਣ ਲੱਗ ਪਈਆਂ ਸਨ। ਪੰਛੀਆਂ ਦੀ ਚਹਿਚਹਾਟ ਵਿੱਚ ਵੀ ਵਾਧਾ ਹੋ ਗਿਆ ਸੀ। ਚਿੜੀਆਂ ਆਪਣੇ ਆਲ੍ਹਣੇ ਬਣਾ ਰਹੀਆਂ ਸਨ। ਬਾਂਸੋ ਵੀ ਗੁਰਦੇਵ ਨਾਲ ਪਿਆਰ ਨਾਲ ਬੋਲਦੀ। ਗੁਰਦੇਵ ਵੀ ਬਾਂਸੋ ਦੀ ਹਰ ਇੱਛਾ ਪੂਰੀ ਕਰ ਰਿਹਾ ਸੀ। ਇੱਕ ਵਾਰ ਫਿਰ ਤੋਂ ਜ਼ਿੰਦਗੀ ਦੀ ਰਫ਼ਤਾਰ ਪਹਿਲਾਂ ਵਾਂਗ ਚੱਲਣ ਲੱਗੀ। ਇੱਕ ਵਾਰ ਫਿਰ ਆਸ ਦੀ ਕਿਰਨ ਦਿਖਾਈ ਦਿੱਤੀ। ਗੁਰਦੇਵ ਰੋਜ਼ ਗੁਰਦੁਆਰੇ ਜਾ ਕੇ ਅਰਦਾਸ ਕਰਦਾ, ਹੇ ਵਾਹਿਗੁਰੂ, ਮੇਰੇ ਕੋਲੋਂ ਬਹੁਤ ਭਾਰੀ ਜ਼ੁਲਮ ਹੋਇਆ, ਮੈਂ ਪਾਪੀ ਹਾਂ, ਪਰ ਤੂੰ ਬਖਸ਼ਣਹਾਰ ਹੈ। ਮੇਰਾ ਪੁੱਤਰ ਮੈਨੂੰ ਵਾਪਸ ਭੇਜ ਦੇ। ਸੱਚੇ ਪਾਤਸ਼ਾਹ, ਮੈਨੂੰ ਮਾਫ ਕਰੀ। ਬਾਂਸੋ ਵੀ ਪਹਿਲਾਂ ਵਾਂਗ ਪੁੱਤਰ ਦੀ ਪ੍ਰਾਪਤੀ ਲਈ ਹਰ ਉਪਰਾਲਾ ਕਰ ਰਹੀ ਸੀ। ਅੰਤ ਉਡੀਕ ਉਹੀ ਘੜੀ ਲਾਈ। ਦੋਵਾਂ ਨੂੰ ਪੂਰੀ ਉਮੀਦ ਸੀ ਇਸ ਵਾਰ ਮੁੰਡਾ ਹੀ ਹੋਵੇਗਾ। ਗੁਰਦੇਵ ਨੇ ਇੱਕ ਵਾਰ ਬਾਂਸੋ ਨੂੰ ਜ਼ਰੂਰ ਕਿਹਾ ਸੀ, ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣਾ ਹੈ, ਜੇ ਇਸ ਵਾਰ ਵੀ ਕੁੜੀ ਹੋਈ ਤਾਂ ਤੂੰ ਐਵੇਂ ਪਾਗਲਾਂ ਵਾਂਗ ਹਰਕਤਾਂ ਨਾ ਕਰੀ। ਇਹ ਸਾਡੇ ਲਈ ਪਛਤਾਵੇ ਦੀ ਘੜੀ ਹੈ। ਅਸੀਂ ਪਿਛਲੀ ਵਾਰ ਕੁਦਰਤ ਦੇ ਕੰਮ ਵਿੱਚ ਦਖਲ ਦਿੱਤਾ ਸੀ, ਇਸ ਵਾਰ ਉਸ ਦੀ ਰਜਾ 'ਚ ਰਹਾਂਗੇ। ਨਹੀਂ ਪ੍ਰੀਤੀ ਦੇ ਪਾਪਾ, ਇਸ ਵਾਰ ਇੰਝ ਨਾ ਕਹੋ। ਗੁਰਦੇਵ ਦੀ ਇਹ ਕੋਸ਼ਿਸ਼ ਸੀ ਕਿ ਬਾਂਸੋ ਮਾਨਸਿਕ ਤੌਰ 'ਤੇ ਤਿਆਰ ਰਹੇ। ਉਸ ਦੀ ਸਿਹਤ ਪਹਿਲਾਂ ਵੀ ਕੁਝ ਠੀਕ ਨਹੀਂ ਸੀ, ਪਰ ਉਸ ਨੂੰ ਨਾਰਾਜ਼ ਵੀ ਨਹੀਂ ਕੀਤਾ ਜਾ ਸਕਦਾ ਸੀ। ਹੌਂਕੇ ਹਾਵਿਆਂ 'ਚ ਬਾਂਸੋ ਨੇ ਤੀਜੀ ਕੁੜੀ ਨੂੰ ਜਨਮ ਦਿੱਤਾ, ਜੋ ਕਾਫੀ ਕਮਜ਼ੋਰ ਸੀ। ਬਾਂਸੋ ਨੂੰ ਜਦ ਪਤਾ ਲੱਗਿਆ ਤਾਂ ਉਹ ਗੁੰਮਸੁੰਮ ਜਿਹੀ ਹੋ ਗਈ, ਚੁੱਪ ਰਹਿਣ ਲੱਗ ਪਈ। ਕੁੜੀ ਵੱਲ ਧਿਆਨ ਨਹੀਂ ਦਿੱਤਾ, ਪਰ ਬੱਚੀ ਬਹੁਤ ਸੋਹਣੀ ਸੀ, ਆਪਣੇ ਆਪ ਨਾਲ ਖੇਡਣ ਵਾਲੀ ਨਿੱਕੀ ਜਿਹੀ ਕੁੜੀ ਆਪੇ ਹੀ ਸਭ ਤੋਂ ਪਿਆਰ ਲੈਣ ਲੱਗੀ। ਦੋਵੇਂ ਵੱਡੀਆਂ ਕੁੜੀਆਂ ਪ੍ਰੀਤੀ ਤੇ ਅੱਕੀ ਉਸ ਨਾਲ ਖੇਡਦੀਆਂ। ਉਸ ਦਾ ਨਾਂ ਪਤਾ ਨਹੀਂ ਕਿਸਨੇ ਰੱਖਿਆ। ਸਾਰੇ ਉਸ ਨੂੰ ਸੁੰਦਰੀ ਕਹਿ ਕੇ ਬੁਲਾਉਣ ਲੱਗੇ। ਬਾਂਸੋ ਕੱਲੀ ਬੈਠੀ ਆਪਣੇ ਆਪ ਨੂੰ ਕੋਸਦੀ ਰਹਿੰਦੀ। ਉਹ ਤਾਂ ਭਾਗੀ ਹੈ, ਬਦਕਿਸਮਤ ਹੈ, ਜੋ ਇੱਕ ਪੁੱਤਰ ਨਹੀਂ ਜਾਣ ਸਕੀ। ਉਹ ਅਕਸਰ ਸੋਚਾਂ ਵਿੱਚ ਡੁੱਬੀ ਰਹਿੰਦੀ। ਉਸਦਾ ਦਿਮਾਗ ਕਿਤੇ ਹੋਰ ਹੁੰਦਾ ਤੇ ਦਿਲ ਕਿਤੇ ਹੋਰ। ਘਰੇਲੂ ਕੰਮਾਂ ਵਿੱਚ ਵੀ ਦਿਲ ਨਹੀਂ ਲੱਗਦਾ। ਰੋਟੀਆਂ ਪਕਾਉਂਦੀ ਦਾ ਧਿਆਨ ਕਿਤੇ ਹੋਰ ਪਾਸੇ ਲੱਗ ਜਾਂਦਾ। ਕਈ ਵਾਰ ਤਾਂ ਤਵੇ ਤੇ ਪਈ ਰੋਟੀ ਸੜ ਕੇ ਸੁਆਹ ਹੋ ਜਾਂਦੀ। ਉਸ ਦੀ ਤਣ ਦੀ ਸੁੰਦਰਤਾ ਤਾਂ ਕਦੋਂ ਦੀ ਲੋਪ ਹੋ ਚੁੱਕੀ ਸੀ। ਉਸ ਦੇ ਬਦਲੇ ਉਦਾਸੀ, ਕਰੂਪਤਾ ਅਤੇ ਈਰਖਾ ਦੀ ਝਲਕ ਹੀ ਨਜ਼ਰ ਆਉਂਦੀ। ਉਹ ਜਦ ਵੀ ਆਪਣੀਆਂ ਕੁੜੀਆਂ ਨੂੰ ਇਕੱਠੀਆਂ ਦੇਖਦੀ ਤਾਂ ਉਸਦਾ ਜੀਅ ਕਰਦਾ ਕਿ ਇਹਨਾਂ ਦਾ ਗਲਾ ਘੁੱਟ ਦੇਵੇ, ਪਰ ਕੁਝ ਸਮੇਂ ਬਾਅਦ ਹੀ ਉਹਨਾਂ ਨੂੰ ਪਿਆਰ ਕਰਦੀ। ਅੱਜ ਤਾਂ ਸ਼ਹਿਰ ਦੀ ਆਹ ਜ਼ਬਰ ਜਨਾਹ ਵਾਲੀ ਖਬਰ ਸੁਣ ਕੇ ਫਿਰ ਤੋਂ ਡਾਮਾਡੋਲ ਹੋ ਗਈ ਸੀ। ਉਹ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਪਈ, ਨੀ ਪ੍ਰੀਤੀ, ਅੱਕੀ, ਸੁੰਦਰੀ, ਕਿੱਥੇ ਹੋ ਨੀ, ਘਰੇ ਆ ਜਾਓ। ਆਪਣੀ ਮਾਂ ਦੀ ਆਵਾਜ਼ ਸੁਣ ਬੱਚੀਆਂ ਸਹਿਮੀਆਂ
ਘਰ ਆ ਗਈਆਂ। ਵੱਡੀ ਪ੍ਰੀਤੀ ਕਹਿੰਦੀ, ਕੀ ਗੱਲ ਮੰਮੀ, ਸਾਨੂੰ ਬੁਲਾਇਆ? ਹਾਂ, ਹੋਰ ਕੀ ਕਰਾਂ, ਘਰੇ ਹੀ ਮਰਿਆ ਕਰੋ, ਤੁਹਾਨੂੰ ਨਹੀਂ ਪਤਾ ਜ਼ਮਾਨਾ ਕਿੰਨਾ ਖਰਾਬ ਹੈ, ਸਕੂਲ ਦਾ ਕੰਮ ਕਰੋ। ਕਿਸੇ ਨੂੰ ਕੀ ਪਤਾ ਸੀ ਕਿ ਭਾਣਾ ਵਰਤ ਜਾਣਾ ਸੀ। ਜ਼ਿੰਦਗੀ ਸੁਖਾਵੇਂ ਰਾਹਾਂ 'ਤੇ ਤੁਰਦੀ ਤੁਰਦੀ ਕਦੋਂ ਡਗਮਗਾ ਜਾਣੀ ਸੀ। ਬਾਂਸੋ ਦੇ ਦੁੱਖਾਂ ਵਿੱਚ ਹੋਰ ਵੀ ਵਾਧਾ ਹੋ ਜਾਣਾ ਸੀ। ਗੁਰਦੇਵ ਆਪਣੇ ਸਾਥੀਆਂ ਨਾਲ ਡਿਊਟੀ ਦੇ ਰਿਹਾ ਸੀ। ਬਿਜਲੀ ਦੇ ਖੰਭੇ 'ਤੇ ਚੜ੍ਹ ਕੇ ਬਿਜਲੀ ਠੀਕ ਕਰ ਰਿਹਾ ਸੀ। ਹੇਠਾਂ ਵਾਲੀ ਲਾਈਨ ਦੀ ਸਪਲਾਈ ਤਾਂ ਕੱਟ ਦਿੱਤੀ ਸੀ, ਪਰ ਕੰਮ ਵੀ ਉਸੇ ਤੇ ਚੱਲ ਰਿਹਾ ਸੀ। ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦ ਤਾਰ ਦਾ ਦੂਸਰਾ ਸਿਰਾ ਉੱਪਰ ਜਾਂਦੀ ਵੱਡੀ ਤਾਰ ਨਾਲ ਜਾ ਟਕਰਾਇਆ। ਉਸ ਨੂੰ ਉੱਪਰੋਂ ਹੀ ਕਰੰਟ ਦੇ ਇੱਕੋ ਝਟਕੇ ਨੇ ਹੇਠਾਂ ਰੋੜਿਆਂ ਤੇ ਸੁੱਟ ਦਿੱਤਾ। ਸਾਥੀਆਂ ਨੇ ਬਥੇਰਾ ਯਤਨ ਕੀਤਾ, ਹਸਪਤਾਲ ਵੀ ਲੈ ਕੇ ਗਏ, ਪਰ ਗੁਰਦੇਵ ਦੇ ਸਿਰ ਤੇ ਵੱਜੀ ਸੱਟ ਨੇ ਉਸ ਨੂੰ ਖਤਮ ਕਰ ਦਿੱਤਾ। ਨਿੱਕੀਆਂ ਨਿੱਕੀਆਂ ਬੱਚੀਆਂ ਦਾ ਪਿਤਾ ਜੋ ਬੇਹੱਦ ਪਿਆਰ ਕਰਦਾ ਸੀ, ਬਾਂਸੋ ਦਾ ਪਤੀ ਜੋ ਉਸ ਲਈ ਬਹੁਤ ਵੱਡਾ ਸਹਾਰਾ ਸੀ, ਸਭ ਕੁਝ ਖੁੱਸ ਗਿਆ ਸੀ। ਬਾਂਸੋ ਦਾ ਤਾਂ ਸੁੰਨ ਵੱਟਾ ਬਣ ਗਈ ਸੀ। ਉਸ ਨੂੰ ਗੁਆਂਢਣਾ ਰਿਸ਼ਤੇਦਾਰਾਂ 'ਚੋਂ ਕਈ ਆਈਆਂ ਔਰਤਾਂ ਨੇ ਬਥੇਰਾ ਰਵਾਉਣ ਦਾ ਯਤਨ ਕੀਤਾ, ਪਰ ਉਹ ਤਾਂ ਪੱਥਰ ਬਣ ਗਈ ਸੀ। ਬੱਚੀਆਂ ਦਾ ਰੋਣਾ ਕਿਸੇ ਤੋਂ ਵੀ ਝੱਲਿਆ ਨਹੀਂ ਸੀ ਜਾ ਰਿਹਾ। ਪਾਪਾ ਉੱਠੋ ਨਾ, ਅਸੀਂ ਹੁਣ ਬਿਲਕੁਲ ਵੀ ਤੰਗ ਨਹੀਂ ਕਰਾਂਗੇ। ਮੇਰੇ ਪਿਆਰੇ ਪਾਪਾ ਉੱਠੋ ਵੀ, ਤੁਸੀਂ ਬੋਲਦੇ ਕਿਉਂ ਨਹੀਂ? ਪਾਪਾ, ਮੈਂ ਅੱਕੀ ਤੇ ਸੁੰਦਰੀ ਨੂੰ ਖੜਾਇਆ ਕਰਾਂਗੀ। ਪਾਪਾ, ਮੈਂ ਮੰਮੀ ਨੂੰ ਪਰੇਸ਼ਾਨ ਨਹੀਂ ਕਰਾਂਗੀ, ਤੁਸੀਂ ਇੱਕ ਵਾਰ ਉੱਠੋ। ਪ੍ਰੀਤੀ ਤੇ ਅੱਕੀ ਦਾ ਰੋਣਾ ਝੱਲਿਆ ਨਹੀਂ ਸੀ ਜਾ ਰਿਹਾ। ਛੋਟੀ ਸੁੰਦਰੀ ਹੱਕੀ ਬੱਕੀ ਹੋਈ ਸਭ ਕੁਝ ਦੇਖ ਰਹੀ ਸੀ। ਗੁਰਦੇਵ ਦੀ ਅਰਥੀ ਨੂੰ ਘਰੋਂ ਸ਼ਮਸ਼ਾਨ ਘਾਟ ਲਿਜਾਇਆ ਜਾ ਰਿਹਾ ਸੀ। ਸਾਰੇ ਸ਼ਹਿਰ ਵਿੱਚ ਸੋਗ ਪਸਰ ਗਿਆ ਸੀ। ਉਸਦੇ ਨੇਕ ਤੇ ਸਾਊ ਸੁਭਾਅ ਦੀਆਂ ਗੱਲਾਂ ਹੋ ਰਹੀਆਂ ਸਨ। ਕੋਈ ਕਹਿ ਰਿਹਾ ਸੀ, ਚੰਗੇ ਬੰਦਿਆਂ ਦੀ ਲੋੜ ਜਿੰਨੀ ਇੱਥੇ ਹੈ ਉਨੀ ਉੱਥੇ ਹੈ ਭਾਈ। ਬਹੁਤ ਮਾੜਾ ਹੋਇਆ, ਨਿੱਕੀਆਂ ਨਿੱਕੀਆਂ ਕੁੜੀਆਂ ਦਾ ਕੀ ਬਣੂਗਾ? ਬਸ ਇੱਕ ਘਰ ਹੀ ਤਬਾਹ ਹੋ ਗਿਆ। ਕਿਸੇ ਨੂੰ ਵੀ ਜਵਾਬ ਨਹੀਂ ਦਿੰਦਾ ਸੀ। ਜਦੋਂ ਵੀ ਕੋਈ ਕੰਮ ਕਹਿੰਦਾ ਤਾਂ ਭੱਜਿਆ ਕਰ ਦਿੰਦਾ। ਸਾਰੇ ਸਟਾਫ ਦਾ ਹਰਮਨ ਪਿਆਰਾ ਸੀ। ਮਈਤ ਨਾਲ ਜਾ ਰਹੇ ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ। ਸ਼ਮਸ਼ਾਨ ਘਾਟ ਵਿੱਚ ਪੈਰ ਰੱਖਣ ਦੀ ਵੀ ਥਾਂ ਨਹੀਂ ਸੀ। ਜਦੋਂ ਲੱਕੜਾਂ ਵਿੱਚ ਚਿਣ ਚਿਖਾ ਨੂੰ ਅਗਨੀ ਦੇਣ ਲੱਗੇ ਤਾਂ ਸਭ ਨੂੰ ਚੀਰਦੀ ਬਾਂਸੋ ਆ ਗਈ। ਬਸ ਇੱਕ ਵਾਰ ਜਾਂਦੀ ਵਾਰ ਦੇਖ ਲੈਣ ਦਿਓ, ਉੱਠੋ, ਘਰ ਚੱਲੋ। ਪ੍ਰੀਤੀ ਦੇ ਪਾਪਾ, ਉਹ ਵੇਖੋ, ਪ੍ਰੀਤੀ, ਅੱਕੀ, ਸੁੰਦਰੀ ਸਭ ਢੀਕਦੀਆਂ ਨੇ, ਉੱਠੋ ਤਾਂ ਸਹੀ। ਇੰਨੀ ਜਿੱਦ ਠੀਕ ਨਹੀਂ, ਇੱਕ ਵਾਰ ਤਾਂ ਦੱਸ ਦਿਓ ਮੈਨੂੰ, ਕਿਵੇਂ ਨਿਭਾਵਾਂ ਆਪਣੇ ਫਰਜ਼। ਹਾਏ, ਨਾਲ ਆਈਆਂ ਔਰਤਾਂ ਉਹਨੂੰ ਪਿਛਾਂਹ ਮੋੜ ਕੇ ਲੈ ਗਈਆਂ। ਬਾਂਸੋ ਦਾ ਰੁਕਿਆ ਹੋਇਆ ਨੱਕੋ ਨੱਕ ਭਰਿਆ ਹੰਝੂਆਂ ਦਾ ਪਾਣੀ ਨਦੀ ਬਣ ਵਹਿ ਤੁਰਿਆ। ਉਸਦੇ ਵਿਲਾਪ ਨੇ ਖੜੇ ਲੋਕਾਂ ਦੀਆਂ ਅੱਖਾਂ ਗਿੱਲੀਆਂ ਕਰ ਦਿੱਤੀਆਂ। ਇੱਕ ਵਾਰ ਜ਼ਿੰਦਗੀ ਖੜ ਗਈ ਸੀ। ਅਸਮਾਨ ਤੇ ਵੀ ਕਾਲੀ ਘਟਾ ਚੜ੍ਹ ਆਈ ਸੀ। ਇੱਕ ਅਜੀਬ ਕਿਸਮ ਦੀ ਹਨੇਰੀ ਝੁੱਲ ਰਹੀ ਸੀ। ਬਾਂਸੋ ਨੂੰ ਲੱਗ ਰਿਹਾ ਸੀ ਉਸਦੇ ਸਾਰੇ ਸੁਪਨੇ, ਸਾਰੀਆਂ ਉਮੀਦਾਂ ਅੱਗ ਦੀਆਂ ਲਪਟਾਂ 'ਚ ਝੁਲਸ ਕੇ ਖਤਮ ਹੋ ਗਈਆਂ। ਚਾਰੋਂ ਪਾਸੇ ਅੰਧਕਾਰ ਨਜ਼ਰ ਆ ਰਿਹਾ ਸੀ। ਭੋਗ ਪੈਣ ਤੱਕ ਰਿਸ਼ਤੇਦਾਰ, ਸਨੇਹੀ, ਮੁਲਾਜ਼ਮ ਭਾਈਚਾਰਾ ਆਉਂਦਾ ਰਿਹਾ। ਬਾਂਸੋ ਦਾ ਦੁੱਖ ਵੰਡਾਉਣ ਲਈ ਗੁਰਦੇਵ ਦੀਆਂ ਭੈਣਾਂ ਭੋਗ ਪੈਣ ਤੱਕ ਰਹੀਆਂ। ਉਸ ਨੂੰ ਇਹਨਾਂ ਦਿਨਾਂ ਵਿੱਚ ਗੁਰਦੇਵ ਦੀ ਕਮੀ ਦਾ ਅਹਿਸਾਸ ਵੀ ਘੱਟ ਹੀ ਹੋਇਆ, ਪਰ ਭੋਗ ਪੈਣ ਤੋਂ ਬਾਅਦ ਘਰ ਸੁੰਨਾ ਜਾਪਣ ਲੱਗਿਆ। ਤਿੰਨੋਂ ਕੁੜੀਆਂ ਬਾਂਸੋ ਦੇ ਨਾਲ ਅਲੱਗ-ਅਲੱਗ ਰੋਂਦੀਆਂ ਰਹਿੰਦੀਆਂ। ਬਾਂਸੋ ਦਾ ਆਪ ਅੰਦਰੋਂ ਟੁੱਟ ਚੁੱਕੀ ਸੀ। ਉਹ ਜਿੱਥੇ ਵੀ ਬੈਠੇ ਸੋਚਾਂ ਦੀ ਲੜੀ ਨਾਲ ਹੀ ਤੁਰੀ ਜਾਵੇ। ਉਹ ਪਹਿਲਾਂ ਹੀ ਬਹੁਤ ਫਿਕਰ ਕਰਦੀ ਸੀ ਆਪਣੀਆਂ ਧੀਆਂ ਦਾ, ਹੁਣ ਤਾਂ ਉਸ ਨੂੰ ਹੋਰ ਵੀ ਭੈੜੇ ਖਿਆਲ ਆਉਂਦੇ ਰਹਿੰਦੇ। ਇਹਨਾਂ ਬੱਚੀਆਂ ਦਾ ਬਾਪ ਹੁਣ ਕਦੇ ਨਹੀਂ ਆਵੇਗਾ।
ਜਦੋਂ ਵੀ ਇਹ ਖਿਆਲ ਬਾਂਸੋ ਦੇ ਜ਼ਿਹਨ ਵਿੱਚ ਆਉਂਦਾ ਤਾਂ ਅੱਥਰੂ ਆਪ ਮੁਹਾਰੇ ਹੀ ਨਿਕਲ ਜਾਂਦੇ। ਰੋ ਰੋ ਕੇ ਉਸ ਦੀਆਂ ਅੱਖਾਂ ਸੁੱਜ ਜਾਂਦੀਆਂ। ਸੱਜੇ ਪਾਸੇ ਦੀ ਇੱਕ ਨਾੜ ਆਪੇ ਹੀ ਫਰਕਦੀ ਰਹਿੰਦੀ। ਪਤਾ ਨਹੀਂ ਅੰਦਰੋਂ ਹੀ ਕਿਸੇ ਮਾਨਸਿਕ ਸਦਮੇ ਨਾਲ ਅਜਿਹਾ ਹੋਇਆ ਹੋਵੇ। ਸਭ ਤੋਂ ਛੋਟੀ ਬੱਚੀ ਸੁੰਦਰੀ ਹਰ ਰੋਜ਼ ਹੀ ਪੁੱਛਦੀ, ਮੰਮੀ ਮਿਲੇ ਪਾਪਾ ਕਦੋਂ ਆਉਣਗੇ? ਮੰਮੀ ਮੰਮੀ ਉਹ ਕਿੱਥੇ ਗਏ ਨੇ? ਬੇਟੇ ਉਹ ਬਹੁਤ ਦੂਰ ਰੱਬ ਕੋਲ ਗਏ ਨੇ, ਪਤਾ ਨਹੀਂ ਕਿੰਨਾ ਚਿਰ ਲੱਗ ਜੇ। ਬਾਂਸੋ ਫੇਰ ਰੋਣ ਲੱਗ ਪਈ ਸੀ। ਨਹੀਂ ਮੰਮੀ, ਉਹ ਜ਼ਰੂਰ ਆਉਣਗੇ, ਮੇਲੇ ਵਾਸਤੇ ਚੀਜ਼ੀ ਲੈ ਕੇ ਆਉਣਗੇ। ਸੁੰਦਰੀ ਦੀਆਂ ਭੋਲ ਤੇ ਤੋਤਲੀਆਂ ਗੱਲਾਂ ਸੁਣ ਬਾਂਸੋ ਦਾ ਦਿਲ ਮੋਹ ਬਣ ਜਾਂਦਾ ਤੇ ਉਹ ਸਾਰੀ ਦੀ ਸਾਰੀ ਪਿਘਲ ਜਾਂਦੀ। ਉਸ ਕੋਲ ਦਿਲਾਸੇ ਦੇਣ ਲਈ ਵੀ ਸ਼ਬਦ ਮੁੱਕ ਜਾਂਦੇ। ਹੁਣ ਉਹ ਉਸ ਸਾਹਮਣੇ ਪਹਾੜ ਜਿੱਡੀ ਜ਼ਿੰਦਗੀ ਤੇ ਤਿੰਨੇ ਬੱਚੀਆਂ ਦੀ ਜ਼ਿੰਮੇਵਾਰੀ ਦਿਖਾਈ ਦੇ ਰਹੀ ਸੀ। ਆਮਦਨ ਦਾ ਹੀਲਾ ਤਾਂ ਗੁਰਦੇਵ ਦੀ ਪੈਨਸ਼ਨ ਨੇ ਕਰ ਦੇਣਾ ਸੀ। ਬਿਜਲੀ ਮੁਲਾਜ਼ਮਾਂ ਨੇ ਹੋਰ ਵੀ ਪਰਿਵਾਰਕ ਮਦਦ ਲਈ ਕਿਹਾ ਸੀ। ਕੁਝ ਮਦਦ ਭੋਗ ਵਾਲੇ ਦਿਨ ਕਰ ਗਏ ਸਨ। ਬਾਂਸੋ ਖੁਦ ਵੀ ਕੱਪੜੇ ਸਿਉਣ ਜਾਣਦੀ ਸੀ। ਉਸਨੇ ਆਪਣਾ ਮਨ ਤਕੜਾ ਕਰਨਾ ਸ਼ੁਰੂ ਕੀਤਾ। ਆਪਣੇ ਲਈ ਨਹੀਂ, ਸਗੋਂ ਆਪਣੀਆਂ ਬੱਚੀਆਂ ਲਈ ਤਾਂ ਜਿਉਣਾ ਪੈਣਾ ਹੀ ਪਵੇਗਾ। ਉਸ ਨੂੰ ਵਧੇਰੇ ਚਿੰਤਾ ਤਾਂ ਆਪਣੀਆਂ ਕੁੜੀਆਂ ਦੀ ਇੱਜ਼ਤ ਦੀ ਸੀ। ਉਹ ਸੋਚਦੀ ਸੀ, ਅਮੀਰਾਂ ਦੀਆਂ ਬੱਚੀਆਂ ਦੀਆਂ ਕੀਤੀਆਂ ਕੁਤਾਹੀਆਂ ਤਾਂ ਪੈਸੇ ਦੀ ਚਾਦਰ ਨਾਲ ਢੱਕ ਜਾਂਦੀਆਂ ਨੇ, ਪਰ ਗਰੀਬ ਦੀ ਕੁੜੀ ਦਾ ਪਾਪ ਤਾਂ ਪਾਣੀ ਤੇ ਫੁੱਲ ਵਾਂਗੂ ਤਰਦਾ ਹੈ, ਜੋ ਹਰ ਕਿਸੇ ਨੂੰ ਦਿਖਾਈ ਦਿੰਦਾ ਹੈ। ਮੈਂ ਵੀ ਤਾਂ ਗਰੀਬ ਵਿਧਵਾ ਹਾਂ, ਮੇਰਾ ਕੀ ਬਣੇਗਾ? ਜਦੋਂ ਵੀ ਉਸ ਦੀ ਉਦਾਸੀ ਵੱਧ ਜਾਂਦੀ ਤਾਂ ਸੱਤਿਆ ਆ ਕੇ ਉਸ ਨੂੰ ਹੌਸਲਾ ਦਿੰਦੀ। ਦੇਖ ਭੈਣੇ, ਹੁਣ ਤੈਨੂੰ ਤਕੜੀ ਹੋ ਕੇ ਜ਼ਿੰਦਗੀ ਬਸਰ ਕਰਨੀ ਪਊ। ਐਵੇਂ ਬਾਹਲਾ ਸੋਚੀਦਾ ਨਹੀਂ ਹੁੰਦਾ। ਦੇਖੀ ਜਾਓ, ਜਿਹੜਾ ਹੋਊ ਇਸ ਤੋਂ ਮਾੜੇ ਦਿਨ ਨਹੀਂ ਆਉਂਦੇ। ਕੁੜੀਆਂ ਨੂੰ ਪਿਆਰ ਕਰ, ਪੜ੍ਹਾ ਲਿਖਾ, ਕੀ ਪਤਾ ਉਸ ਦਾਤੇ ਦੀ ਮਿਹਰ ਹੋ ਜਾਵੇ। ਹਾਂ ਭੈਣੇ, ਗੱਲ ਤਾਂ ਤੇਰੀ ਠੀਕ ਹੈ। ਤੇਰੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਮਰ ਚੁੱਕੀ ਸ਼ਕਤੀ ਫਿਰ ਤੋਂ ਜਾਗ ਪੈਂਦੀ ਹੈ। ਪਰ ਜਦੋਂ ਕੋਈ ਬੁੜੀ ਆ ਕੇ ਕਹੂ, ਨਹੀਂ ਕੁੜੇ, ਸਵਾ ਪਾ ਕੇ ਤੈਨੂੰ ਵਿਆਹ ਤਾਂ ਕਰਾਉਣਾ ਹੀ ਪਊ। ਹੁਣ ਦੱਸ ਭੈਣੇ, ਮੈਂ ਆਪਣੀਆਂ ਧੀਆਂ ਦੀ ਜੂਨ ਖਰਾਬ ਕਰਨੀ ਹੈ? ਤੇਰੀ ਗੱਲ ਠੀਕ ਹੈ, ਮੈਂ ਤਾਂ ਹੁਣ ਆਪਣੀਆਂ ਧੀਆਂ ਨੂੰ ਪੜ੍ਹਾਉਂਗੀ। ਬਾਂਸੋ ਜਦੋਂ ਸੱਤਿਆ ਨਾਲ ਗੱਲਾਂ ਕਰਦੀ ਤਾਂ ਉਸ ਅੰਦਰ ਜ਼ਿੰਦਗੀ ਜਿਉਣ ਦੀ ਇੱਛਾ ਪੈਦਾ ਹੁੰਦੀ। ਵੱਡੀ ਕੁੜੀ ਕਮਲਪ੍ਰੀਤ 5ਵੀਂ ਜਮਾਤ ਦੇ ਸਾਰੇ ਬਲਾਕ ਵਿੱਚੋਂ ਪਹਿਲੇ ਨੰਬਰ ਤੇ ਆਈ। ਸਕੂਲ ਦੇ ਹੈਡਮਾਸਟਰ ਤੇ ਸਟਾਫ ਬਾਂਸੋ ਦੇ ਘਰ ਆਏ। ਉਹਨਾਂ ਨੇ ਪ੍ਰੀਤੀ ਦੀ ਫੀਸ ਮਾਫ ਕਰ ਦਿੱਤੀ ਅਤੇ ਨਾਲ ਹੀ ਵਜ਼ੀਫਾ ਲਾ ਦਿੱਤਾ। ਪ੍ਰੀਤੀ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਹੁਣ ਅਸੀਂ ਪੜ੍ਹ ਕੇ ਹੀ ਆਪਣੇ ਪਾਪਾ ਦੀ ਕਮੀ ਨੂੰ ਪੂਰਾ ਕਰ ਸਕਦੀਆਂ। ਪ੍ਰੀਤੀ ਦੀ ਦੇਖਾ ਦੇਖੀ ਅੱਕੀ ਤੇ ਸੁੰਦਰੀ ਵੀ ਪੜ੍ਹਾਈ ਵਿੱਚ ਦਿਲਚਸਪੀ ਲੈਣ ਲੱਗੀਆਂ। ਉਹ ਜਦੋਂ ਵੀ ਆਪਣੀ ਮੰਮੀ ਨੂੰ ਉਦਾਸ ਵੇਖਦੀਆਂ ਤਾਂ ਝੱਟ ਹੀ ਉਸ ਕੋਲ ਆ ਬੈਠਦੀਆਂ ਤੇ ਆਪਣੀਆਂ ਪਿਆਰੀਆਂ ਗੱਲਾਂ ਨਾਲ ਆਪਣੀ ਮਾਂ ਦਾ ਦਿਲ ਲਵਾਉਣ ਲੱਗ ਜਾਂਦੀਆਂ। ਬਾਂਸੋ ਦਾ ਚਾਅ ਧੂਣ ਸਵਾਇਆ ਹੋ ਜਾਂਦਾ। ਜਦੋਂ ਵੀ ਕੋਈ ਗੁਆਂਢਣ ਆ ਕੇ ਕਹਿੰਦੀ, ਭੈਣੇ ਧੀਆਂ ਹੋਣ ਤਾਂ ਇਹੋ ਜਿਹੀਆਂ ਲਾਇਕ ਹੋਣ ਜੋ ਆਪਣੇ ਮਾਪਿਆਂ ਦਾ ਨਾਂ ਉੱਚਾ ਕਰਨ। ਆਹ ਭੈੜੀ ਮੰਡੀਰ ਨੂੰ ਕੀ ਕਰਨਾ ਹੈ, ਤੁਰੀ ਫਿਰਦੀ ਆ ਬਿਨਾਂ ਸੋਚੇ ਵਿਚਾਰੇ। ਹੋਰ ਵੀ ਅਜਿਹੀਆਂ ਕਿੰਨੀਆਂ ਔਰਤਾਂ ਬਾਂਸੋ ਨੂੰ ਆਪਣੇ ਮੁੰਡਿਆਂ ਬਾਰੇ ਕੀਤੇ ਮਾੜੇ ਕੰਮਾਂ ਨੂੰ ਦੱਸਦੀਆਂ, ਪਰ ਬਾਂਸੋ ਹਾਂ ਹੂੰ ਕਰ ਛੱਡਦੀ, ਬਹੁਤੀ ਗੱਲ ਹੀ ਨਾ ਕਰਦੀ। ਕਦੇ ਕਦੇ ਗੁਰਦੇਵ ਦੀਆਂ ਭੈਣਾਂ ਤੇ ਉਸ ਦੀਆਂ ਭਰਜਾਈਆਂ ਪੇਕਿਆਂ ਤੋਂ ਆ ਜਾਂਦੀਆਂ ਤਾਂ ਘਰ ਵਿੱਚ ਕੁਝ ਸਮੇਂ ਲਈ ਰੌਣਕ ਲੱਗ ਜਾਂਦੀ। ਬਾਂਸੋ ਕਦੇ ਕਦੇ ਗੁਰਦੇਵ ਦੀ ਫੋਟੋ ਸਾਹਮਣੇ ਖੜ ਕੇ ਕਿੰਨੀ ਦੇਰ ਗੱਲਾਂ ਕਰਦੀ ਰਹਿੰਦੀ। ਦੇਖ ਲੈ ਪ੍ਰੀਤੀ ਦੇ ਪਾਪਾ, ਮੈਂ ਤੇਰਾ ਅਧੂਰਾ ਸੁਪਨਾ ਪੂਰਾ ਕਰ ਰਹੀ ਹਾਂ। ਤੇਰੀ ਚਿੱਟੀ ਚਾਦਰ ਨੂੰ ਬੇਦਾਗ ਰੱਖੂੰਗੀ, ਭਾਵੇਂ ਕਿੰਨੀਆਂ ਵੀ ਹਨੇਰੀਆਂ ਕਿਉਂ ਨਾ ਆ ਜਾਣ। ਬਸ ਤੇਰੀ ਘਾਟ ਹੀ ਲਟਕਦੀ ਆ, ਕਿਤੇ ਮਾਰ ਜੋ ਗੇੜਾ।
ਮਾਨਸੋ ਡੁਸਕਣ ਲੱਗ ਪੈਂਦੀ ਤਾਂ ਪ੍ਰੀਤੀ ਆ ਕੇ ਬੁਲਾਉਂਦੀ। ਕੁੜੀਆਂ ਅੰਦਰ ਸੋਚ ਸਿਆਣਪ ਦਿਨੋਂ ਦਿਨ ਵੱਧਦੀ ਗਈ। ਪ੍ਰੀਤੀ ਆਪਣੀ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਭਾਗ ਲੈਂਦੀ। ਬਹੁਤ ਸਾਰੀਆਂ ਸ਼ੀਲਡਾਂ ਤੇ ਮੋਮੈਂਟੋ ਉਸ ਨੂੰ ਨਾਂ ਵਿੱਚ ਮਿਲਦੇ। ਮਾਨਸੋ ਆਪਣੀਆਂ ਧੀਆਂ ਦੀ ਪ੍ਰਾਪਤੀ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ। ਸੱਤਿਆ ਅਕਸਰ ਹੀ ਮਾਨਸੋ ਦੇ ਘਰ ਆ ਜਾਇਆ ਕਰਦੀ। ਇੱਕ ਦਿਨ ਕਹਿਣ ਲੱਗੀ, ਨੀ ਮਾਨਸੋ, ਤੇਰੇ ਯਾਦ ਹੋ ਤੂੰ ਕਿੰਨਾ ਚਿਰ ਮੁੰਡੇ ਨੂੰ ਤਰਸਦੀ ਰਹੀ ਸੀ। ਤੈਨੂੰ ਬਹੁਤ ਪਛਤਾਵਾ ਵੀ ਰਿਹਾ, ਪਰ ਹੁਣ ਮੈਂ ਦੇਖਦੀ ਹਾਂ ਬਈ ਆ ਸ਼ੀਲੋ ਦੇ ਮੁੰਡੇ ਸ਼ਰਾਬ ਪੀ ਕੇ ਰੋਜ਼ ਜੂਆ ਖੇਡਦੇ ਨੇ, ਪੂਰੀਆਂ ਅਵਾਰਾਗਰਦੀਆਂ ਕਰਦੇ ਨੇ। ਉਹਨਾਂ ਦੇ ਘਰਦਿਆਂ ਦਾ ਇੱਕ ਪੈਰ ਠਾਣੇ ਹੀ ਰਹਿੰਦਾ ਹੈ। ਸਾਰਾ ਮੁਹੱਲਾ ਥੂ ਕਰਦਾ ਹੈ, ਬੇਦਖਲ ਕਰਨ ਨੂੰ ਫਿਰਦੇ ਨੇ। ਤੇ ਆ ਮੇਰਾ ਕਵਾਲੀ ਤੇ ਕਾਲਾ ਵੀ ਪੜ੍ਹਾਈ 'ਚ ਮਨ ਨਹੀਂ ਲਾਉਂਦੇ। ਮਾਨਸੋ ਦੇ ਚਿਹਰੇ ਤੇ ਖੁਸ਼ੀ ਦੀ ਝਲਕ ਸਾਫ਼ ਦਿਖਾਈ ਦੇਖੀ ਜਾ ਸਕਦੀ ਸੀ। ਉਹ ਸੱਤਿਆ ਦੀਆਂ ਗੱਲਾਂ ਨਾਲ ਕਾਫੀ ਹੱਦ ਤੱਕ ਸਹਿਮਤ ਹੋ ਰਹੀ ਸੀ। ਇਹੋ ਜਿਹੇ ਮੁੰਡਿਆਂ ਨਾਲੋਂ ਤਾਂ ਮੇਰੀਆਂ ਧੀਆਂ ਹੀ ਚੰਗੀਆਂ ਨੇ। ਕੀ ਲੈਂਦੀਆਂ ਨੇ ਵਿਚਾਰੀਆਂ, ਆਪਦਾ ਬੀਜਦੀਆਂ ਨੇ ਤੇ ਇੱਕ ਦਿਨ ਉਡਾਰੀ ਮਾਰ ਜਾਣਗੀਆਂ ਚਿੜੀਆਂ ਵਾਂਗੂ। ਗੱਲਾਂ ਕਰਦੀ ਮਾਨਸੋ ਫਿਰ ਗੁਆਚ ਗਈ ਸੀ। ਉਸ ਨੂੰ ਇਹ ਖਿਆਲ ਆ ਰਿਹਾ ਸੀ ਕਿ ਕੁੜੀਆਂ ਦੇ ਵਿਆਹ ਕੇ ਜਾਣ ਮਗਰੋਂ ਫਿਰ ਇਕੱਲੀ ਰਹਿ ਜਾਵੇਗੀ। ਪਰ ਇੱਕ ਦਿਨ ਪ੍ਰੀਤੀ ਆਪਣੇ ਮੰਮੀ ਨੂੰ ਕਹਿ ਰਹੀ ਸੀ, ਮੰਮੀ, ਅਸੀਂ ਕੁੜੀਆਂ ਨਹੀਂ, ਮੁੰਡੇ ਆ ਮੁੰਡੇ। ਤੇਰਾ ਹਰ ਦੁੱਖ ਸਾਡਾ ਹੈ, ਤੂੰ ਚਿੰਤਾ ਨਾ ਕਰ। ਅਸੀਂ ਹਮੇਸ਼ਾ ਹੀ ਤੇਰੇ ਨਾਲ ਰਹਾਂਗੇ। ਅਸੀਂ ਤਾਂ ਆਪਣੇ ਘਰ ਨੂੰ ਹੀ ਚੰਬਾ ਬਣਾਵਾਂਗੀਆਂ। ਅਸੀਂ ਨਹੀਂ ਛੱਡ ਕੇ ਜਾਂਦੀਆਂ, ਕੁਝ ਬਣ ਕੇ ਦਿਖਾਵਾਂਗੀਆਂ। ਮੰਮੀ, ਤੁਸੀਂ ਹਮੇਸ਼ਾ ਖੁਸ਼ ਰਿਹਾ ਕਰੋ, ਹਮੇਸ਼ਾ ਖੁਸ਼ ਰਿਹਾ ਕਰੋ। ਧੰਨਵਾਦ। ਇਹ ਸੀ ਕਹਾਣੀ ਚਿੜੀਆਂ ਦਾ ਚੰਬਾ। ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।